एक MLA पिछले समय ਦੇ ਵਿੱਚ ਜਾ ਕੇ ਕਿਸੇ ਤਹਿਸੀਲ ਦੇ ਵਿੱਚ ਕਾਗਜ਼ਾਤ ਚੈੱਕ ਕਰਦਾ, ਲੋਕਾਂ ਦੀ ਡਿਮਾਂਡ ਉੱਤੇ ਤਹਿਸੀਲਦਾਰ ਦੇ ਨਾਲ ਗੱਲ ਕਰਦਾ ਤੇ ਸਾਰਾ ਰੈਵਨਿਊ ਡਿਪਾਰਟਮੈਂਟ ਹੜਤਾਲ ਤੇ ਬੈਠ ਜਾਂਦਾ। ਉਹ MLA ਦੀ ਸਿਰਫ ਇੱਕ ਇਹੀ ਔਕਾਤ ਰਹਿ ਗਈ। MLA ਦਾ ਕੋਈ ਪ੍ਰੋਟੋਕੋਲ ਨਹੀਂ, MLA ਦਾ ਕੋਈ ਆਰਡਰ ਆਫ ਪ੍ਰੈਜ਼ੀਡੈਂਸ ਨਹੀਂ। ਜਿਨ੍ਹਾਂ ਨੂੰ ਇਹ ਲੋਕ ਭੰਡਦੇ ਸੀ, ਜਿਨ੍ਹਾਂ ਨੂੰ ਕ੍ਰਿਟੀਸਾਈਜ਼ ਕਰਦੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹਨਾਂ ਕਰਕੇ ਪੰਜਾਬ ਡੁੱਬ ਗਿਆ, ਉਹਨਾਂ ਨੂੰ ਹੀ ਫਿਰ ਆਪਣੇ ਨਾਲ ਲਾ ਲੈਂਦੇ। ਉਹੀ ਪਾਰਟੀਆਂ ਤੋਂ ਕੈਂਡੀਡੇਟਸ ਲੈ ਕੇ ਆਉਂਦੇ ਆ। ਜਲੰਧਰ ਦੇ ਮਾਮਲੇ 'ਚ ਪੂਰੀ ਆਮ ਆਦਮੀ ਪਾਰਟੀ ਕੋਲ ਕੋਈ ਇੱਦਾਂ ਦਾ ਕੈਂਡੀਡੇਟ ਨਹੀਂ ਸੀ। ਜਲੰਧਰ ਦੇ ਵਿੱਚ ਕੋਈ ਬੰਦਾ ਇਹੋ ਜਿਹਾ ਨਹੀਂ ਸੀ ਜਿਹੜਾ ਕੋਈ ਅੱਛਾ ਬੰਦਾ ਹੁੰਦਾ, ਕਾਰੋਬਾਰੀ ਹੁੰਦਾ, ਕੋਈ ਸਮਾਜ ਸੇਵੀ ਹੁੰਦਾ, ਕੋਈ ਵੀ ਐਜੂਕੇਸ਼ਨਿਸਟ ਹੁੰਦਾ, ਇੰਡਸਟਰੀਅਲਿਸਟ ਹੁੰਦਾ। ਇਹਨਾਂ ਨੂੰ ਕੋਈ ਬੰਦਾ ਨਹੀਂ ਮਿਲਿਆ। ਪੂਰੇ ਪੰਜਾਬ ਦੇ ਵਿੱਚ ਲਗਭਗ 5 ਮਿਊਨਿਸਪਲ ਕਾਰਪੋਰੇਸ਼ਨਸ ਔਰ ਜਿਹਦੇ ਵਿੱਚ ਮਿਊਨਿਸਪਲ ਕਾਉਂਸਲਸ 41 ਔਰ 166 ਹੋਰ ਕਾਉਂਸਲਸ ਹੈਗੀਆਂ ਜਿਹਦੇ ਚੁਣਾਵ ਹੋਣੇ ਆ ਲੋਕਲ ਬਾਡੀਜ਼ ਦੇ। ਔਰ ਇਹਨਾਂ ਦੀ ਐਂਡ ਟਰਮ ਜਿਹੜੀ ਪੰਜਾਬ ਦੇ ਵਿੱਚ ਜਨਵਰੀ 2023 ਦੇ ਵਿੱਚ ਹੋ ਗਈ। ਔਰ ਐਂਡ ਟਰਮ ਤੋਂ ਬਾਅਦ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲੋਕਲ ਬਾਡੀ ਚੁਣਾਵ ਕਰਾਉਣੇ ਬਹੁਤ ਮੈਂਡੇਟਰੀ ਹੁੰਦੇ ਆ, ਕੰਪਲਸਰੀ ਹੁੰਦੇ ਆ। ਜਿਹੜੇ ਵਾਅਦੇ ਇਹਨਾਂ ਨੇ ਕੀਤੇ ਸੀ, ਜੋ ਲੁਭਾਵਨੇ ਸੁਭਾਵਨੇ ਵਾਅਦੇ ਇਹਨਾਂ ਨੇ ਖੁਆਬ ਲੋਕਾਂ ਨੂੰ ਦਿਖਾਏ ਸੀ, ਉਹ ਪੂਰੇ ਨਹੀਂ ਕੀਤੇ ਤੇ ਇਹਦੇ ਕਰਕੇ ਹੀ ਚੋਣਾਂ ਦੇ ਵਿੱਚ ਡਿਲੇ ਕਰ ਰਹੇ ਆ। ਪਾਰਲੀਮੈਂਟਰੀ ਚੋਣਾਂ ਦੀ ਵੇਟ ਕਰ ਰਹੇ ਆ ਔਰ ਜਾਂ ਫਿਰ ਇਹ ਵੇਟ ਕਰ ਰਹੇ ਆ ਕੋਈ ਇੱਦਾਂ ਦਾ ਅਸੀਂ ਹੋਰ ਇੱਕ ਵਾਅਦਾ ਕੋਈ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ, ਲੋਕ ਉਹ ਤੋਂ ਖੁਸ਼ ਹੋਣਗੇ, ਫਿਰ ਲੋਕਾਂ ਨੂੰ ਲੁਭਾ ਲਵਾਂਗੇ ਤੇ ਲੋਕ ਸਾਨੂੰ ਵੋਟ ਕਰ ਦੇਣਗੇ। ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣਾ ਉਹਦੀ ਗੱਲ ਕੀਤੀ ਸੀ। ਪੰਜਾਬ ਦੇ ਵਿੱਚ ਸਕੂਲਾਂ ਨੂੰ ਐਜੂਕੇਸ਼ਨ ਬਹੁਤ ਅੱਛੀ ਕਰਨ ਦੀ ਗੱਲ ਕੀਤੀ ਸੀ, ਮੈਡੀਕਲ ਸੁਵਿਧਾਵਾਂ ਦੇਣ ਦੀ ਗੱਲ ਕੀਤੀ ਸੀ। ਉਹਦੇ ਵਿੱਚ ਕਿਤੇ ਨਾ ਕਿਤੇ ਅਖਬਾਰੀ ਇਸ਼ਤਿਹਾਰਾਂ ਦੇ ਰਾਹੀਂ, ਐਡਵਰਟੀਜ਼ਮੈਂਟਸ ਦੇ ਰਾਹੀਂ ਜਿੱਥੇ ਬਹੁਤ ਜ਼ਿਆਦਾ ਪ੍ਰਚਾਰ ਪ੍ਰਸਾਰ ਤੇ ਕੀਤਾ ਗਿਆ, ਪਰ ਅਮਲੀ ਰੂਪ ਦੇ ਵਿੱਚ ਇਸ ਗੱਲ ਦਾ ਅਮਲ ਦਰਾਮਦ ਨਹੀਂ ਕੀਤਾ। ਤੁਸੀਂ ਜੁੜੇ ਹੋ ਨਾਓ ਇੰਡੀਆ ਪੰਜਾਬੀ ਦੇ ਨਾਲ ਤੇ ਮੈਂ ਹਾਂ ਰਜੇਸ਼ ਸੰਧੂ। ਗੱਲ ਕਰਾਂਗੇ ਅੱਜ ਪੰਜਾਬ ਦੇ ਵਿੱਚ ਹੋਣ ਵਾਲੀ ਨਗਰ ਨਿਗਮ ਚੋਣਾਂ ਦੀ ਵੀ ਆਖਰ ਕਿਉਂ ਦੇਰੀ ਹੋ ਰਹੀ ਹੈ, ਕੀ ਹਾਲਾਤ ਨੇ ਤੇ ਕੀ ਰਾਜਨੀਤਿਕ ਸਮੀਕਰਨ ਬਣੇ ਨੇ ਜੋ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਨਗਰ ਨਿਗਮ ਦੀ ਚੋਣਾਂ ਕਰਾਉਣ ਦੇ ਵਿੱਚ ਦੇਰੀ ਕੀਤੀ ਜਾ ਰਹੀ ਹੈ। ਇਸ ਵਾਰ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਪਵਨ ਸ਼ਰਮਾ ਜੋ ਕਿ ਉੱਘੇ ਸਮਾਜ ਸੇਵਕ ਨੇ ਤੇ ਸੋਸ਼ਲ ਐਕਟਿਵਿਸਟ ਨੇ। ਬਹੁਤ ਬਹੁਤ ਸਵਾਗਤ ਹੈ ਜੀ ਨਾਓ ਇੰਡੀਆ ਪੰਜਾਬੀ ਚੈਨਲ ਦੇ ਉੱਪਰ। ਧੰਨਵਾਦ ਰਜੇਸ਼ ਜੀ। ਪਵਨ ਜੀ, ਗੱਲ ਕਰੀਏ ਤੇ ਪੰਜਾਬ ਦੇ ਰਾਜਨੀਤਿਕ ਹਾਲਾਤਾਂ ਦੀ, ਚਾਹੇ ਪੰਜਾਬ ਦੇ ਵਿੱਚ 92 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਤੇ ਬਣਾ ਲਈ, ਲੇਕਿਨ ਹੁਣ 15 ਮਹੀਨੇ ਦਾ ਜਿਹੜਾ ਸਮਾਂ ਬੀਤਣ ਤੋਂ ਬਾਅਦ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਜਿਹੜੀ ਦੇਰੀ ਕੀਤੀ ਜਾ ਰਹੀ ਹੈ, ਆਖਰ ਕਾਰਨ ਕੀ ਹੈ? ਦੇਖੋ ਰਜੇਸ਼ ਜੀ, ਬਹੁਤ ਪ੍ਰੋਮੀਨੈਂਟ ਇਸ ਵੇਲੇ ਪ੍ਰੀਵੈਲੈਂਟ ਕੁਐਸਚਨ ਹੈਗਾ। ਪੂਰੇ ਪੰਜਾਬ ਦੇ ਵਿੱਚ ਲਗਭਗ 5 ਮਿਊਨਿਸਪਲ ਕਾਰਪੋਰੇਸ਼ਨਸ ਔਰ ਜਿਹਦੇ ਵਿੱਚ ਮਿਊਨਿਸਪਲ ਕਾਉਂਸਲਸ 41 ਔਰ 166 ਹੋਰ ਕਾਉਂਸਲਸ ਹੈਗੀਆਂ ਜਿਹਦੇ ਚੁਣਾਵ ਹੋਣੇ ਆ ਲੋਕਲ ਬਾਡੀਜ਼ ਦੇ। ਔਰ ਇਹਨਾਂ ਦੀ ਐਂਡ ਟਰਮ ਜਿਹੜੀ ਪੰਜਾਬ ਦੇ ਵਿੱਚ ਜਨਵਰੀ 2023 ਦੇ ਵਿੱਚ ਹੋ ਗਈ। ਔਰ ਐਂਡ ਟਰਮ ਤੋਂ ਬਾਅਦ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲੋਕਲ ਬਾਡੀ ਚੁਣਾਵ ਕਰਾਉਣੇ ਬਹੁਤ ਮੈਂਡੇਟਰੀ ਹੁੰਦੇ ਆ, ਕੰਪਲਸਰੀ ਹੁੰਦੇ ਆ, ਕਿਉਂਕਿ ਇਹ ਗ੍ਰਾਸ ਰੂਟ ਲੈਵਲ ਦੇ ਚੋਣਾਂ ਹੁੰਦੀਆਂ ਜਿਹਦੇ ਵਿੱਚ ਆਮ ਜਨਜੀਵਨ ਵੀ ਜਿਹੜਾ ਉਹ ਪੂਰਨ ਤੌਰ ਦੇ ਉੱਤੇ ਸ਼ਾਮਲ ਹੁੰਦਾ। ਲੋਕ ਆਪਣੇ ਮੁਹੱਲੇ ਦੇ, ਆਪਣੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਬਹੁਤ ਸਾਰੀ ਵੋਟਿੰਗ ਕਰਦੇ ਆ, ਜਿਹਦੇ ਨਾਲ ਉਹ ਕਾਉਂਸਲਰ ਲੈਵਲ ਦੇ ਅਧਿਕਾਰੀ ਚੁਣਦੇ ਆ। ਸੋ ਇਸ ਕਰਕੇ ਇਹਨਾਂ ਚੋਣਾਂ ਦੇ ਵਿੱਚ ਡਿਲੇ ਕਰਨਾ ਸਰਕਾਰ ਦੀ ਕਿਤੇ ਨਾ ਕਿਤੇ ਨਾਕਸਕਾਰ ਕਰਦੀ। ਮੈਂ ਸਮਝਦਾ ਸਰਕਾਰ ਜਿਹੜੀ ਸਟ੍ਰੈਟਜੀ ਬਣਾਉਂਦੀ ਸੀ, ਸਰਕਾਰ ਨੇ ਲੈਂਡ ਮਾਫੀਆ, ਸੈਂਡ ਮਾਫੀਆ, ਕੇਬਲ ਮਾਫੀਆ, ਹੋਰ ਬਹੁਤ ਸਾਰੇ ਇੱਦਾਂ ਦੇ ਮਾਫੀਆ, ਗੈਂਗਵਾਰਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ। ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣਾ ਉਹਦੀ ਗੱਲ ਕੀਤੀ ਸੀ। ਪੰਜਾਬ ਦੇ ਵਿੱਚ ਸਕੂਲਾਂ ਨੂੰ ਐਜੂਕੇਸ਼ਨ ਬਹੁਤ ਅੱਛੀ ਕਰਨ ਦੀ ਗੱਲ ਕੀਤੀ ਸੀ, ਮੈਡੀਕਲ ਸੁਵਿਧਾਵਾਂ ਦੇਣ ਦੀ ਗੱਲ ਕੀਤੀ ਸੀ। ਉਹਦੇ ਵਿੱਚ ਕਿਤੇ ਨਾ ਕਿਤੇ ਅਖਬਾਰੀ ਇਸ਼ਤਿਹਾਰਾਂ ਦੇ ਰਾਹੀਂ, ਐਡਵਰਟੀਜ਼ਮੈਂਟਸ ਦੇ ਰਾਹੀਂ ਜਿੱਥੇ ਬਹੁਤ ਜ਼ਿਆਦਾ ਪ੍ਰਚਾਰ ਪ੍ਰਸਾਰ ਤੇ ਕੀਤਾ ਗਿਆ, ਪਰ ਅਮਲੀ ਰੂਪ ਦੇ ਵਿੱਚ ਇਸ ਗੱਲ ਦਾ ਅਮਲ ਦਰਾਮਦ ਨਹੀਂ ਕੀਤਾ ਗਿਆ। ਇੱਕ ਗੱਲ ਕਰੀਏ ਤੇ ਜਨਤਾ ਦੀ ਗੱਲ ਕਰੀਏ, ਜਨਤਾ ਨੂੰ ਹਰ ਸੁਵਿਧਾ ਦੇਣ ਦੀ, ਹਰ ਗਰੰਟੀ ਪੂਰੀ ਕਰਨ ਦੀ ਗੱਲ ਜਿਹੜੀ ਆਮ ਆਦਮੀ ਪਾਰਟੀ ਨੇ ਕੀਤੀ, ਲੇਕਿਨ ਫਿਲਹਾਲ ਜਨਵਰੀ ਦੇ ਵਿੱਚ ਜਿਹੜਾ ਪੁਰਾਣਾ ਟੈਨਓਵਰ ਸੀ, ਜਿਹੜਾ ਕੌਂਸਲਰ ਸੀ, ਉਹਨਾਂ ਦਾ ਮਿਆਦ ਮੁੱਕ ਜਾਂਦੀ ਹੈ। ਲੇਕਿਨ ਹੁਣ 6 ਮਹੀਨੇ ਬੀਤਣ ਤੋਂ ਬਾਅਦ ਨਵੀਆਂ ਚੋਣਾਂ ਨਹੀਂ ਹੁੰਦੀਆਂ, ਨਵੇਂ ਕੌਂਸਲਰ ਨਹੀਂ ਆਉਂਦੇ ਤੇ ਲੋਕ ਜਿਹੜੇ ਨੇ ਆਪਣੇ ਵਿਕਾਸ ਦੀਆਂ ਗੱਲਾਂ ਕਰੀਏ ਜਾਂ ਰੈਗੂਲਰ ਜਿਹੜਾ ਰੂਟੀਨ ਦਾ ਜਨਜੀਵਨ ਪ੍ਰਭਾਵਿਤ ਹੁੰਦਾ। ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕੁ ਜਿਹੜਾ ਖਮਿਆਜਾ ਜਨਤਾ ਨੂੰ ਹੋਰ ਭੁਗਤਣਾ ਪਏਗਾ? ਦੇਖੋ, ਰਾਜਨੀਤਿਕ ਪਾਰਟੀਆਂ ਦਾ ਤਾਂ ਸ਼ੁਰੂ ਤੋਂ ਹੀ ਇੱਦਾਂ ਦਾ ਰੋਲ ਰਿਹਾ ਕਿ ਇਹ ਆਪ ਤੇ ਸੱਤਾ ਦੇ ਵਿੱਚ ਆ ਜਾਂਦੀਆਂ, ਪਰ ਇਹਨਾਂ ਦਾ ਅਮਲੀ ਰੂਪ ਦੇ ਵਿੱਚ ਆਮ ਤੌਰ ਦੇ ਉੱਤੇ ਨੁਕਸਾਨ ਜਿਹੜਾ ਵੱਡਾ ਲੋਕਾਂ ਨੂੰ ਹੁੰਦਾ। ਇਸੇ ਤਰ੍ਹਾਂ ਜੇ ਪੰਜਾਬ ਦੇ ਵਿੱਚ ਲੋਕਲ ਬਾਡੀਜ਼ ਦੇ ਚੁਣਾਵ ਨਹੀਂ ਹੁੰਦੇ ਤੇ ਇਹਦਾ ਨੁਕਸਾਨ ਵਾਰਡ ਦੇ ਲੀਡਰਸ ਨੂੰ ਹੋਣਾ, ਲੋਕਲ ਲੀਡਰਸ ਨੂੰ ਹੋਣਾ, ਗ੍ਰਾਸ ਰੂਟ ਲੈਵਲ ਦੇ ਲੀਡਰਸ ਨੂੰ ਹੋਣਾ। ਮੈਂ ਅੱਗੇ ਅਰਜ਼ ਕੀਤਾ ਕਿ ਜਿਹੜੇ ਵਾਅਦੇ ਇਹਨਾਂ ਨੇ ਕੀਤੇ ਸੀ, ਜੋ ਲੁਭਾਵਨੇ ਸੁਭਾਵਨੇ ਵਾਅਦੇ ਇਹਨਾਂ ਨੇ ਖੁਆਬ ਲੋਕਾਂ ਨੂੰ ਦਿਖਾਏ ਸੀ, ਉਹ ਪੂਰੇ ਨਹੀਂ ਕੀਤੇ ਤੇ ਇਹਦੇ ਕਰਕੇ ਹੀ ਚੋਣਾਂ ਦੇ ਵਿੱਚ ਡਿਲੇ ਕਰ ਰਹੇ ਆ।
ਪਾਰਲੀਮੈਂਟਰੀ ਚੋਣਾਂ ਦੀ ਵੇਟ ਕਰ ਰਿਹਾ ਔਰ ਜਾਂ ਫਿਰ ਇਹ ਵੇਟ ਕਰ ਰਿਹਾ ਕੋਈ ਇਦਾਂ ਦਾ ਅਸੀਂ ਹੋਰ ਇੱਕ ਵਾਅਦਾ ਕੋਈ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ, ਲੋਕ ਉਹ ਤੋਂ ਖੁਸ਼ ਹੋਣਗੇ, ਫਿਰ ਲੋਕਾਂ ਨੂੰ ਲੁਭਾ ਲਵਾਂਗੇ ਤੇ ਲੋਕ ਸਾਨੂੰ ਵੋਟ ਕਰ ਦੇਣਗੇ। ਪਰ ਇਹ ਗੱਲਾਂ ਇਸ ਵਾਰ ਮੈਨੂੰ ਲੱਗਦਾ ਚੱਲਣ ਵਾਲੀਆਂ ਨਹੀਂ ਆ। ਅਮਲੀ ਹਕੀਕਤ ਇਹ ਆ, ਜਿਹੜੇ ਹਕਾਇਕ ਇਹ ਹੈਗੇ ਆ, ਸੱਚ ਗੱਲ ਇਹ ਹੈਗੀ ਆ ਕਿ ਲੋਕ ਇਹਨਾਂ ਤੋਂ ਔਨ ਗਰਾਊਂਡ ਨਾ ਖੁਸ਼ ਹੈਗੇ ਆ। ਲੋਕ ਇਹਨਾਂ ਦੇ ਨਾਲ ਜੁੜ ਕੇ ਰਾਜ਼ੀ ਨਹੀਂ। ਇਹਨਾਂ ਦੀ ਕਾਰਕਰਦਗੀ, ਇਹਨਾਂ ਦੀ ਪਰਫਾਰਮੈਂਸ, ਪੰਜਾਬ ਦੇ ਵਿੱਚ ਕਰਪਸ਼ਨ ਵੱਡੇ ਲੈਵਲ 'ਤੇ ਵੱਧ ਗਈ। ਪੰਜਾਬ ਦੇ ਵਿੱਚ ਹੁਣ ਫਲੱਡਸ ਆਏ, ਫਲੱਡਸ ਦੀਆਂ ਤਿਆਰੀਆਂ ਇਹਨਾਂ ਨੇ ਨਹੀਂ ਕੀਤੀਆਂ। ਕਿਸੇ ਕਿਸਾਨ ਨੂੰ, ਕਿਸੇ ਵੀ ਇੱਦਾਂ ਦੇ ਲੋਕਾਂ ਨੂੰ ਪਹਿਲਾਂ ਕਹਿੰਦੇ ਸੀ ਕੋਈ ਗਰਦੌਰੀ ਨਹੀਂ ਕਰਾਵਾਂਗੇ, ਫਟਾਫਟ ਮੁਆਵਜ਼ੇ ਮਿਲਣਗੇ। ਕਿਸੇ ਨੂੰ ਪੁਰਾਣੇ ਮੁਆਵਜ਼ੇ ਕਿੱਥੇ ਮਿਲਣੇ ਆ ਤੇ ਨਵਿਆਂ ਦੀਆਂ ਅਗਲੀਆਂ ਗੱਲਾਂ ਸ਼ੁਰੂ ਕਰ ਦਿੰਦੇ ਆ। ਔਨ ਗਰਾਊਂਡ ਕੋਈ ਵੀ ਹਕੀਕੀ ਅਮਲੀ ਰੂਪ ਦੇ ਉੱਤੇ ਇਹਨਾਂ ਨੇ ਇੰਨਾ ਜ਼ਿਆਦਾ ਪਰਫਾਰਮ ਨਹੀਂ ਕੀਤਾ। ਲੋਕ ਇਹਨਾਂ ਤੋਂ ਦੁਖੀ ਆ। ਪਰ ਮੈਂ ਇਹ ਸਿੱਧੀ ਸਪਸ਼ਟ ਗੱਲ ਕਰ ਦੇਵਾਂ ਕਿ ਇਹਨਾਂ ਨੂੰ ਲੋਕਲ ਬਾਡੀ ਦੀਆਂ ਚੋਣਾਂ ਵੱਲ ਜਾਣਾ ਚਾਹੀਦਾ ਸੀ, ਪਰ ਇਹਨਾਂ ਨੂੰ ਆਪ ਹੀ ਸਮਝ ਆ ਗਈ ਜਿਹੜੇ ਸਿਆਸੀ ਮੁਸਾਫਰ ਹੁੰਦੇ ਆ, ਜਿਹੜੇ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਦੇ ਵਿੱਚ ਜਾਂਦੇ ਆ। ਇਸ ਵੇਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਔਰ ਜਦੋਂ ਬਣੀ ਉਸ ਤੋਂ ਪਹਿਲਾਂ ਹੀ ਬਹੁਤ ਸਾਰੇ ਲੋਕ ਇਸ ਪਾਰਟੀ ਦੇ ਵਿੱਚ, ਕਾਂਗਰਸ ਪਾਰਟੀ ਹੋਵੇ, ਅਕਾਲੀ ਦਲ ਹੋਵੇ, ਹੋਰ ਵੇਰੀਅਸ ਪਾਰਟੀਜ਼ ਹੋਣ, ਉਹਨਾਂ ਦੇ ਵਿੱਚੋਂ ਛੱਡ ਕੇ ਇਸ ਪਾਰਟੀ 'ਚ ਸ਼ਾਮਲ ਹੋ ਗਏ। ਹੁਣ ਫਿਰ ਇਹਨਾਂ ਦਾ ਨੈਸ਼ਨਲੀ ਅਲਾਇੰਸ ਵੀ ਹੋ ਗਿਆ। ਸੋ ਇੱਦਾਂ ਦੀਆਂ ਸਾਰੀਆਂ ਗੱਲਾਂ ਦੇ ਵਿੱਚ ਜੀ ਹੁਣ ਦੀ ਹਾਲਾਤ ਕਰੀ, ਜਿਹੜੇ ਮੌਜੂਦਾ ਹਾਲਾਤ ਨੇ, ਜੇ ਆਮ ਆਦਮੀ ਪਾਰਟੀ ਇਹ ਜਿਹੜੀ ਨਗਰ ਨਿਗਮ ਦੀਆਂ ਚੋਣਾਂ ਕਰਾਉਂਦੀ ਹੈ ਤੇ ਕੀ ਤੁਹਾਨੂੰ ਲੱਗਦਾ ਵੀ ਨਤੀਜੇ ਵੇਖਣ ਨੂੰ ਸਾਹਮਣੇ ਆਉਣਗੇ? ਦੇਖੋ, ਆਮ ਆਦਮੀ ਪਾਰਟੀ ਦੀ ਡਗਰ ਜਿਹੜੀ ਆ, ਉਹਨਾਂ ਦਾ ਰਸਤਾ ਕਿਤੇ ਵੀ ਆਸਾਨ ਹੋਣ ਵਾਲਾ ਨਹੀਂ ਹੈ। ਜਿਨ੍ਹਾਂ ਨੂੰ ਇਹ ਲੋਕ ਭੰਡਦੇ ਸੀ, ਜਿਨ੍ਹਾਂ ਨੂੰ ਕ੍ਰਿਟੀਸਾਈਜ਼ ਕਰਦੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹਨਾਂ ਕਰਕੇ ਪੰਜਾਬ ਡੁੱਬ ਗਿਆ, ਉਹਨਾਂ ਨੂੰ ਹੀ ਫਿਰ ਆਪਣੇ ਨਾਲ ਲਾ ਲੈਂਦੇ ਆ। ਉਹੀ ਪਾਰਟੀਆਂ ਤੋਂ ਕੈਂਡੀਡੇਟਸ ਲੈ ਕੇ ਆਉਂਦੇ ਆ। ਜਲੰਧਰ ਦੇ ਮਾਮਲੇ 'ਚ ਪੂਰੀ ਆਮ ਆਦਮੀ ਪਾਰਟੀ ਕੋਲ ਕੋਈ ਇੱਦਾਂ ਦਾ ਕੈਂਡੀਡੇਟ ਨਹੀਂ ਸੀ। ਜਲੰਧਰ ਦੇ ਵਿੱਚ ਕੋਈ ਬੰਦਾ ਇਹੋ ਜਿਹਾ ਨਹੀਂ ਸੀ ਜਿਹੜਾ ਕੋਈ ਅੱਛਾ ਬੰਦਾ ਹੁੰਦਾ, ਕਾਰੋਬਾਰੀ ਹੁੰਦਾ, ਕੋਈ ਸਮਾਜ ਸੇਵੀ ਹੁੰਦਾ, ਕੋਈ ਐਜੂਕੇਸ਼ਨਿਸਟ ਹੁੰਦਾ, ਇੰਡਸਟਰੀਅਲਿਸਟ ਹੁੰਦਾ। ਇਹਨਾਂ ਨੂੰ ਕੋਈ ਬੰਦਾ ਨਹੀਂ ਮਿਲਿਆ। ਇਹਨਾਂ ਨੂੰ ਇੱਕ ਕਾਂਗਰਸ ਪਾਰਟੀ ਦਾ ਕੈਂਡੀਡੇਟ ਮਿਲਿਆ। ਉਸੇ ਤਹਿਤ ਹੀ ਮੈਂ ਕਹਿ ਰਿਹਾ ਕਿ ਅੰਮ੍ਰਿਤਸਰ ਦੀ ਵੀ ਗੱਲ ਕਰੀਏ, ਪੂਰੇ ਪੰਜਾਬ ਦੀ ਗੱਲ ਕਰੀਏ, ਇਹਨਾਂ ਕੋਲ ਬੇਸਿਕ ਸੰਗਠਨ ਨਾ ਹੋਣ ਦੀ ਵੱਡੀ ਘਾਟ, ਇਹਨਾਂ ਕੋਲ ਇੱਦਾਂ ਦੇ ਅੱਛੇ ਚਿਹਰੇ ਹੋਣ ਦੀ ਘਾਟ, ਇਹਨਾਂ ਕੋਲ ਵਾਰਡਸ ਦੇ ਵਿੱਚ ਲੋਕਾਂ ਦਾ ਗ੍ਰਾਸ ਰੂਟ ਲੈਵਲ ਦੇ ਉੱਤੇ ਕਿਸੇ ਤਰ੍ਹਾਂ ਦਾ ਗੱਠ ਜੋੜ, ਲੋਕਾਂ ਦਾ ਇਕੱਠ ਕਰਨ ਦੀ ਘਾਟ, ਇਹ ਸਾਰੀਆਂ ਗੱਲਾਂ ਜਿਹੜੀਆਂ ਨਿਰਧਾਰਿਤ ਕਰਦੀਆਂ ਕਿ ਇਹ ਚੋਣ ਜਿੱਤ ਪਾਉਣਗੇ ਕਿ ਨਹੀਂ ਜਿੱਤ ਪਾਉਣਗੇ। ਸੋ ਇਸੇ ਮਸਲੇ ਨੂੰ ਲੈ ਕੇ ਜੇ ਕਿਤੇ ਨਾ ਕਿਤੇ ਜਿਹੜੀ ਆਪ ਦੀ ਤੇ ਕਾਂਗਰਸ ਦਾ ਅਲਾਈਅੰਸ ਕਰਨ ਦੀ ਗੱਲ ਹੈ, ਉਹ ਤੋਂ ਉਹਦੇ ਨੂੰ ਲੈ ਕੇ ਜਾਂ ਦੇਰੀ ਕੀਤੀ ਜਾ ਰਹੀ ਹੈ ਵੀ ਕੋਈ ਕੈਂਡੀਡੇਟ ਜਿਹੜੇ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਨਗਰ ਨਿਗਮ ਚੋਣਾਂ 'ਚ ਦਿਖਾਈ ਨਹੀਂ ਦਿੰਦੇ, ਅਲਾਈਅੰਸ ਤੋਂ ਬਾਅਦ ਜਿਹੜੀਆਂ ਇਹ ਟਿਕਟਾਂ ਵੰਡਣ ਦੀ ਗੱਲ ਕਰਦੇ ਨੇ। ਦੇਖੋ, ਅੰਦਰ ਖਾਤੇ ਤਾਂ ਇਹਨਾਂ ਪੋਲੀਟੀਕਲ ਪਾਰਟੀਆਂ ਦਾ ਅਲਾਈਅੰਸ ਹੋ ਜਾਂਦਾ। ਜਿਹੜੇ ਪਾਵਰ ਗਰੀਡ ਦੇ ਵਿੱਚ ਹੁੰਦੇ ਆ, ਜਿਹੜੇ ਇਦਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਸੱਤਾ ਹਮੇਸ਼ਾ ਚਾਹੀਦੀ ਹੁੰਦੀ ਆ, ਜਿਹੜੇ ਲਾਲਚੀ ਹੁੰਦੇ ਆ ਸੱਤਾ ਦੇ, ਕੁਰਸੀ ਦੇ, ਉਹ ਪਹਿਲਾਂ ਹੀ ਆਪਣੀਆਂ ਪਾਰਟੀਆਂ ਬਦਲ ਲੈਂਦੇ ਆ। ਬਹੁਤ ਵੱਡੇ ਲੈਵਲ ਦੇ ਉੱਤੇ ਤੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਜਿਹੜੇ ਪੂਰਵ ਸੀਗੇ ਜਾਂ ਕਾਉਂਸਲਰ ਸੀਗੇ, ਸਰਪੰਚ ਸੀਗੇ, ਉਹ ਆਲਰੇਡੀ ਇਸ ਪਾਰਟੀ ਦੇ ਵਿੱਚ ਆ ਗਏ। ਪਰ ਇਹਨਾਂ ਦਾ ਜਿਹੜਾ ਬੁਨਿਆਦੀ ਰੂਪ ਸੀ ਇਸ ਪਾਰਟੀ ਦਾ ਕਿ ਅਸੀਂ ਨਵੇਂ ਚਿਹਰੇ ਲਿਆਵਾਂਗੇ, ਗਰੀਬ ਲੋਕਾਂ ਨੂੰ ਟਿਕਟਸ ਦੇਵਾਂਗੇ, ਸਾਈਕਲ ਰਿਪੇਅਰ ਕਰਨ ਵਾਲਿਆਂ ਨੂੰ ਟਿਕਟਸ ਦੇਵਾਂਗੇ, ਪੈਸੇ ਦੀ ਰਾਜਨੀਤੀ ਨਹੀਂ ਹੋਊਗੀ। ਫਿਰ ਸਰਮਾਏਦਾਰਾਂ ਦੇ ਸਿਰ ਦੇ ਉੱਤੇ ਹੀ ਰਾਜਨੀਤੀ ਇਹਨਾਂ ਨੇ ਕਰਨੀ ਸ਼ੁਰੂ ਕਰ ਦਿੱਤੀ। ਫਿਰ ਇਹਨਾਂ ਨੇ ਉਸੇ ਪਾਰਟੀਆਂ ਤੋਂ ਲੀਡਰ ਚੱਕ ਕੇ ਆਪਣੀ ਪਾਰਟੀਆਂ ਨੂੰ ਟਿਕਟਸ ਦੇਣੇ ਸ਼ੁਰੂ ਕਰ ਦਿੱਤੇ। ਇਹ ਤੁਹਾਡਾ ਸਵਾਲ ਬਹੁਤ ਵਾਜਿਬ ਹੈ, ਬਹੁਤ ਰੈਲੇਵੈਂਟ ਆ ਕਿ ਇਸ ਵੇਲੇ ਇਹੋ ਹੀ ਕਾਰਕਰਦਗੀ ਇਸ ਵੇਲੇ ਕਾਰਪੋਰੇਸ਼ਨ ਚੋਣਾਂ 'ਚ ਦਿਖਾਉਣਗੇ, ਕਿਉਂਕਿ ਇਹਨਾਂ ਕੋਲ ਕਿਸੇ ਤਰ੍ਹਾਂ ਦਾ ਕੋਈ ਸੰਗਠਨ ਨਹੀਂ। ਜ਼ਿਆਦਾ ਇਹ ਹਵਾਈ ਗੱਲਾਂ ਜਿਹੜੀਆਂ ਕਰਦੇ ਆ, ਐਡਵਰਟੀਜ਼ਮੈਂਟਸ ਦੇ ਰਾਹੀਂ ਕਰਦੇ ਆ, ਔਨ ਗਰਾਊਂਡ ਇਹਨਾਂ ਦੀ ਕਿਤੇ ਪੋਜੀਸ਼ਨ ਨਹੀਂ ਹੈਗੀ। ਜੇ ਇਹਨਾਂ ਨੂੰ ਕੋਈ ਵੱਡਾ ਜਲਸਾ, ਵੱਡੀ ਰੈਲੀ ਕਿਤੇ ਕਰਨ ਨੂੰ ਕਹਿ ਦਿੱਤਾ ਜਾਵੇ ਇੰਡੀਵਿਜੂਅਲੀ, ਤੇ ਇਹਨਾਂ ਕੋਲੋਂ 4 ਬੰਦੇ ਇਕੱਠੇ ਹੋਣ ਦੀ ਆਸ ਉਮੀਦ ਨਹੀਂ ਆ। ਸੋ ਇਸ ਕਰਕੇ ਇਹਨਾਂ ਨੇ ਤੁਹਾਡੀ ਗੱਲ ਠੀਕ ਹੈ, ਸਟ੍ਰੈਟਜੀ ਤੇ ਇਹੋ ਹੀ ਨਜ਼ਰ ਆ ਰਹੀ ਆ ਕਿ ਇਹ ਕਾਂਗਰਸ ਪਾਰਟੀ ਨਾਲ ਸੰਗਠਨ ਫਿਰ ਕਰ ਲਿਆ, ਗੱਠਜੋੜ ਕਰ ਲਿਆ, ਉਹਨਾਂ ਦੇ ਵਿੱਚੋਂ ਹੀ ਕਿਤੇ ਰਲ ਮਿਲ ਕੇ ਕੈਂਡੀਡੇਟਸ ਕੱਢਣਗੇ ਤੇ ਫਿਰ ਉਹਨਾਂ ਦੇ ਹੀ ਸ਼ਕਤੀ ਨੂੰ ਯੂਜ਼ ਕਰਕੇ, ਯੂਟੀਲਾਈਜ਼ ਕਰਕੇ ਕਾਰਪੋਰੇਸ਼ਨਾਂ ਬਣਾਉਣ ਵੱਲ ਜਾਣਗੇ। ਆਪਣੇ ਆਧਾਰ ਦੇ ਉੱਤੇ ਤੇ ਆਮ ਆਦਮੀ ਪਾਰਟੀ ਔਨ ਗਰਾਊਂਡ ਕੋਈ ਇਹੋ ਜਿਹਾ ਕੰਮ ਨਹੀਂ ਕਰ ਸਕਦੀ। ਪਰ ਇਹਦੇ ਨਾਲ ਫਿਰ ਲੋਕ ਨਾਰਾਜ਼ ਹੁੰਦੇ ਆ। ਜੇ ਸਰਕਾਰ ਦੀ ਤਾਕਤ ਦੇ ਨਾਲ, ਸ਼ਾਸਨ ਪ੍ਰਸ਼ਾਸਨ ਦੀ ਤਾਕਤ ਦੇ ਨਾਲ ਜੇ ਚੋਣਾਂ ਜਿੱਤ ਵੀ ਲਈਆਂ ਜਾਣ, ਪਰ ਆਮ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜਾ ਰਾਜ ਕਰਨਾ ਹੁੰਦਾ, ਜਿਹੜਾ ਜਿਸ ਆਸ ਉਮੀਦ ਨਾਲ ਲੋਕ ਆਮ ਆਦਮੀ ਪਾਰਟੀ ਨੂੰ ਲੈ ਕੇ ਆਏ ਸੀ, ਫਿਰ ਉਹ ਕਿਤੇ ਨਾ ਕਿਤੇ ਬਹੁਤ ਪਿੱਛੇ ਰਹਿ ਜਾਏਗਾ। ਚੋਣਾਂ ਜਿੱਤਣ ਦੇ ਨਾਲ ਕੋਈ ਗੱਲ ਨਹੀਂ ਹੁੰਦੀ। ਚੋਣਾਂ ਜਿੱਤਣ ਜਾਂ ਚਾਹੇ ਹਾਰਨ, ਲੀਡਰ ਦੀ ਆਪਣੀ ਪਰਸਨਲ ਕੈਪੇਬਿਲਿਟੀ ਕੀ ਆ, ਉਹਦੀ ਪਰਸਨੈਲਿਟੀ ਕੀ ਆ, ਉਹਦਾ ਕਰਿਜ਼ਮਾ ਕੀ ਆ, ਉਹ ਲੋਕਾਂ ਦੇ ਨਾਲ ਵਿਚਰਦਾ ਕਿਵੇਂ ਆ, ਲੋਕਾਂ ਦੇ ਕੰਮ ਕਿਵੇਂ ਕਰਾਉਂਦਾ, ਕੰਮ ਕਰਾਉਣ ਦਾ ਕੀ ਉਹਨੂੰ ਗਿਆਨ ਹੈਗਾ। ਕਾਰਪੋਰੇਸ਼ਨ ਦੇ ਵਿੱਚ ਮਸ਼ੀਨਰੀਜ਼ ਦਾ ਬਹੁਤ ਇਸਤੇਮਾਲ ਹੁੰਦਾ, ਕੀ ਉਹਨੂੰ ਕੰਮ ਕਰਾਉਣ ਦਾ ਗਿਆਨ ਹੈਗਾ ਕਿ ਜਾਂ ਉਹਨੇ ਸਿਰਫ ਕਾਉਂਸਲਰ ਠੇਕੇ ਲੈਣ ਵਾਸਤੇ ਬਣਨਾ, ਪਾਰਕਿੰਗ ਦੇ ਕੰਮ ਕਰਨ ਵਾਸਤੇ ਬਣਨਾ, ਜਾਂ ਪੈਸੇ ਝਾੜਨ ਵਾਸਤੇ ਬਣਨਾ। ਸੋ ਇਹ ਸਾਰੀਆਂ ਗੱਲਾਂ ਨਿਰਧਾਰਿਤ ਕਰਨੀਆਂ ਹੁੰਦੀਆਂ। ਸਾਫ਼ ਸੁਥਰੇ ਲੋਕਾਂ ਨੂੰ
ਰਾਜਨੀਤੀ ਦੇ ਵਿੱਚ ਲਿਆਉਣਾ ਹੁੰਦਾ। ਗ੍ਰਾਸ ਰੂਟ ਲੈਵਲ ਦੇ ਉੱਤੇ ਲੋਕ ਛੋਟੀ ਗੱਲ ਦੇਖਦੇ ਆ। ਲੋਕ ਜਿਹੜਾ ਇਹਨਾਂ ਪਾਰਟੀਆਂ ਦੇ ਜਿਹੜੇ ਇੱਦਾਂ ਦੀਆਂ ਕਾਰ ਕਰਦੀਆਂ ਹੁੰਦੀਆਂ, ਇੱਧਰ ਤੋਂ ਉੱਧਰ ਸ਼ਾਮਲ ਹੋਣਾ, ਇੱਧਰ ਤੋਂ ਉੱਧਰ ਹੋ ਜਾਣਾ, ਇਹ ਚੀਜ਼ਾਂ ਤੋਂ ਫਿਰ ਆਮ ਲੋਕ ਨਾਰਾਜ਼ ਹੋ ਜਾਂਦੇ ਆ। ਨਹੀਂ, ਬਦਲਾਵ ਦੀ ਗੱਲ ਨੂੰ ਦੇਖਦੇ ਹੋਇਆ ਪੰਜਾਬ ਦੇ ਵਿੱਚ ਜਿਹੜੀ ਆਮ ਜਨਤਾ 92 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾ ਦਿੱਤੀਆਂ, ਲੇਕਿਨ 15 ਮਹੀਨੇ ਦੀ ਜਿਹੜੀ ਸਰਕਾਰ ਦੀ ਕਾਰਜਕਾਰੀ ਆ, ਕੀ ਲੱਗਦਾ ਵੀ ਲੋਕ ਉਹ ਤੋਂ ਸੰਤੁਸ਼ਟ ਨੇ? ਤੇ ਜਿਹੜੇ ਆਉਣ ਵਾਲੇ ਨਵੇਂ ਚਿਹਰੇ ਹੋਣਗੇ ਨਗਰ ਨਿਗਮ ਚੋਣਾਂ ਦੇ ਵਿੱਚ, ਕੀ ਉਹੀ ਮਾਣ ਸਤਿਕਾਰ ਦੁਬਾਰਾ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹੋਣਗੇ ਉਹਨਾਂ ਨੂੰ ਮਿਲਦਾ ਦਿਖਾਈ ਦਿੰਦਾ? ਦੇਖੋ, ਇਹੀ ਗੱਲ ਮੈਂ ਅੱਗੇ ਵੀ ਅਰਜ਼ ਕੀਤੀ ਆ ਕਿ ਜੋ ਲੋਕਾਂ ਨੂੰ ਐਕਸਪੈਕਟੇਸ਼ਨ ਸੀਗੀਆਂ ਔਨ ਗਰਾਊਂਡ ਉਸ ਲੈਵਲ 'ਤੇ ਪੂਰੀਆਂ ਨਹੀਂ ਹੋਈਆਂ। ਕਰਪਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਫਿਰ ਵਾਧਾ। ਤੁਸੀਂ ਇੱਕ MLA ਪਿਛਲੇ ਸਮੇਂ ਦੇ ਵਿੱਚ ਜਾ ਕੇ ਕਿਸੇ ਤਹਿਸੀਲ ਦੇ ਵਿੱਚ ਕਾਗਜ਼ਾਤ ਚੈੱਕ ਕਰਦਾ, ਲੋਕਾਂ ਦੀ ਡਿਮਾਂਡ ਉੱਤੇ ਤਹਿਸੀਲਦਾਰ ਦੇ ਨਾਲ ਗੱਲ ਕਰਦਾ, ਤੇ ਸਾਰਾ ਰੈਵਨਿਊ ਡਿਪਾਰਟਮੈਂਟ ਹੜਤਾਲ 'ਤੇ ਬੈਠ ਜਾਂਦਾ। ਉਹ MLA ਦੀ ਸਿਰਫ ਇੱਕ ਇਹੀ ਔਕਾਤ ਰਹਿ ਗਈ ਹੈ। MLA ਦਾ ਕੋਈ ਪ੍ਰੋਟੋਕੋਲ ਨਹੀਂ, MLA ਦਾ ਕੋਈ ਆਰਡਰ ਆਫ ਪ੍ਰੈਜ਼ੀਡੈਂਸ ਨਹੀਂ ਕਿ ਉਹ ਜਾ ਕੇ ਚੈਕਿੰਗ ਕਰ ਸਕੇ, ਲੋਕਾਂ ਦੀ ਆਵਾਜ਼ ਬੁਲੰਦ ਕਰ ਸਕੇ। ਥਾਣਿਆਂ ਵਿੱਚ MLA ਦੀ ਨਹੀਂ ਸੁਣਦੇ, ਕਚਹਿਰੀਆਂ ਦੇ ਵਿੱਚ MLA ਦੀ ਨਹੀਂ ਸੁਣਦੇ। ਕੋਈ MLA ਜਰਾ ਜੀ ਗੱਲ ਕਰਦਾ, ਲੋਕ ਹੜਤਾਲ ਕਰਕੇ ਬੈਠ ਜਾਂਦੇ ਆ। ਲੋਕਾਂ ਦੇ ਇਸ਼ੂਜ਼ 'ਤੇ ਗੱਲ ਕਰਨ ਤੋਂ ਵੀ ਡਰਦੇ ਆ। ਸੋ ਇਸ ਕਰਕੇ ਸਮਝ ਆਉਂਦਾ ਕਿ ਇਸ ਪਾਰਟੀ ਨੇ ਪਾਵਰ ਸੈਂਟਰ ਸਿਰਫ ਆਪਣੇ ਉੱਤੇ ਰੱਖ ਲਿਆ, ਸਾਰੇ ਬਾਕੀ ਲੀਡਰਸ ਨੂੰ ਟਕੇ ਟੋਕਰੀ ਕਰ ਦਿੱਤਾ ਕਿ ਇੱਕ ਟਕਾ ਖਰਚੋ, ਟੋਕਰੀ ਭਰ ਕੇ ਇਹਨਾਂ ਦੇ ਲੀਡਰ ਲੈ ਲਓ। ਇੱਦਾਂ ਦੇ ਹਾਲਾਤ ਪੈਦਾ ਕਰ ਦਿੱਤੇ ਆ। ਇਹਦੇ ਨਾਲ ਔਨ ਗਰਾਊਂਡ ਪੋਜੀਸ਼ਨ ਇਹਨਾਂ ਪਾਰਟੀਆਂ ਦੀ ਖਰਾਬ ਹੁੰਦੀ ਆ। ਜੇ ਇਸ ਆਮ ਆਦਮੀ ਪਾਰਟੀ ਦਾ ਮੋਡਸ ਆਪਰੈਂਡਾ ਹੀ ਇਹ ਹੈਗਾ ਕਿ ਅਗਲੀ ਵਾਰੀ ਚੋਣ ਆਊਗੀ ਤੇ ਅਸੀਂ 80% ਕੈਂਡੀਡੇਟ ਆਪਣੇ ਸਲੈਸ਼ ਕਰ ਦਾਂਗੇ, ਫਿਰ ਨਵੇਂ ਕੈਂਡੀਡੇਟ ਲਿਆਵਾਂਗੇ, ਤੇ ਇਹ ਭੁੱਲ ਜਾਣ ਪੰਜਾਬ ਦੇ ਲੋਕ ਬਾਰ-ਬਾਰ ਬੇਵਕੂਫ ਨਹੀਂ ਬਣਦੇ। ਪੰਜਾਬ ਦੇ ਲੋਕ ਜੇ ਕਿਸੇ ਨੂੰ ਸਿਰ ਦਾ ਤਾਜ ਬਣਾਉਂਦੇ ਆ ਤੇ ਫਿਰ ਜੇ ਅੱਕ ਜਾਣ ਤੇ ਗੋਡੇ ਥੱਲੇ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਸੋ ਇਸ ਕਰਕੇ ਆਮ ਆਦਮੀ ਪਾਰਟੀ, ਸਪੈਸ਼ਲੀ ਮੈਂ ਇਹਨਾਂ ਦੇ ਨਾਮ ਮੈਂਸ਼ਨ ਕਰਾਂ, ਇਹਨਾਂ ਨੂੰ ਸਰਕਾਰ ਪੰਜਾਬ ਤੋਂ ਚਲਾਉਣੀ ਚਾਹੀਦੀ ਆ। ਚੰਗੇ ਲੋਕਾਂ ਨੂੰ ਨਾਲ ਲਿਆਉਣਾ ਚਾਹੀਦਾ। ਰਾਜ ਸਭਾ ਦੇ ਮਾਮਲਿਆਂ 'ਚ ਤੁਸੀਂ ਦੇਖ ਲਓ, ਇਹਨਾਂ ਨੂੰ ਪੰਜਾਬੀ ਨਹੀਂ ਲੱਭੇ। ਇਹਨਾਂ ਨੂੰ ਕੋਈ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, 92 ਸੀਟਾਂ ਲੈ ਲਈਆਂ, ਸਰਕਾਰ ਇਹ ਚਲਾ ਰਹੇ ਨੇ, ਲੇਕਿਨ ਕੌਂਸਲਰ ਲੈਵਲ ਦੀ ਗੱਲ ਕਰੀਏ, ਨਗਰ ਨਿਗਮ ਚੋਣਾਂ ਦੀ ਗੱਲ ਕਰੀਏ, ਸੀਟ ਜਿਹੜੀ ਤਰੀਕ ਅਨਾਉਂਸ ਨਹੀਂ ਹੁੰਦੀ, ਚੋਣਾਂ ਅਨਾਉਂਸ ਨਹੀਂ ਹੋ ਰਹੀਆਂ, ਲੇਕਿਨ ਉਮੀਦਵਾਰੀ ਦੀ ਜਿਹੜੀ ਦਾਅਵੇਦਾਰੀ ਆ, ਉਹ ਇੱਕ ਵਾਰਡ 'ਚੋਂ ਜਿਹੜੇ ਇਹਨਾਂ ਦੇ 3 ਉਮੀਦਵਾਰ ਜਿਹੜੇ ਨੇ ਦਾਅਵੇਦਾਰੀ ਕਰਦੇ ਨੇ ਵੀ ਸਾਹੀਂ ਕੌਂਸਲਰ ਦੀਆਂ ਜਿਹੜੀਆਂ ਚੋਣਾਂ ਲੜਨੀਆਂ ਨੇ, ਦਫ਼ਤਰ ਖੋਲ੍ਹ ਦਿੱਤੇ ਜਾਂਦੇ ਨੇ, ਜ਼ਮੀਨੀ ਪੱਧਰ 'ਤੇ ਪੂਰੀ ਤਿਆਰੀ ਕੀਤੀ ਗਈ ਹੈ। ਆਖਰ ਕੀ ਲੱਗਦਾ ਨਹੀਂ ਹੈ ਵੀ ਜੇ ਸੀਟਾਂ ਜਦੋਂ ਦੇਣ ਦੀ ਵਾਰੀ ਆਏਗੀ ਤਾਂ ਕੀ ਹਾਲਾਤ ਪੈਦਾ ਹੋਣਗੇ? ਜਿਹੜਾ ਅਲਾਇੰਸ ਹੈ ਉਹਦੇ ਕੈਂਡੀਡੇਟ ਵੀ ਹੋਣਗੇ ਤੇ ਕੀ ਖਿਚੜੀ ਜਿਹੜੀ ਬਣਨ ਵਾਲੀ ਦਿਖਾਈ ਦਿੰਦੀ? ਮੈਂ ਅੱਗੇ ਹੀ ਅਰਜ਼ ਕੀਤੀ ਨਾ ਕਿ ਜਦੋਂ ਪਾਰਟੀਆਂ ਇਦਾਂ ਦੀ ਕੰਮ ਕਰਦੀਆਂ, ਜਦੋਂ ਹਰੇਕ ਨੂੰ ਟਕੇ ਟੋਕਰੀ ਕਰ ਦੇਣਾ, ਇੱਕ ਵਾਰਡ ਹੈ, ਕਿੰਨੇ ਲੀਡਰ ਬਣਾ ਲੈਂਦੇ ਆ, ਲੋਕਾਂ ਨੂੰ ਯੂਜ਼ ਕਰਨਾ, ਵਰਤਣਾ ਲੋਕਾਂ ਨੂੰ ਸਿਆਸੀ ਮਫਾਦ ਦੇ ਲਈ, ਲੋਕਾਂ ਨੂੰ ਕਹਿਣਾ ਅਸੀਂ ਤੇ ਗਰੀਬ ਨੂੰ ਟਿਕਟ ਦਾਂਗੇ, ਸਾਈਕਲ ਵਾਲੇ ਨੂੰ ਵੀ ਨਾਲ ਲਾ ਲੈਣਾ, ਕਾਰ ਵਾਲੇ ਨੂੰ ਵੀ ਨਾਲ ਲਾ ਲੈਣਾ, ਕਿਸੇ ਲੇਬਰ ਦੇ ਬੰਦੇ ਨੂੰ ਵੀ ਨਾਲ ਲਾ ਲੈਣਾ, ਪਰ ਜਦੋਂ ਟਿਕਟ ਦੇਣ ਦੀ ਵਾਰੀ ਆਣੀ ਹੈ ਕਿਸੇ ਸਰਮਾਏਦਾਰ ਨੂੰ ਦੇ ਦੇਣੀ ਹੈ। ਕਹਿਣਾ ਜੀ ਤੁਸੀਂ ਕੈਪੇਬਲ ਨਹੀਂ ਹੈਗੇ, ਤੁਹਾਡੇ ਕੋਲ ਚੋਣ ਨਹੀਂ ਲੜੀ ਜਾਣੀ, ਚੋਣਾਂ 'ਚ ਸਾਮ ਦਾਮ ਦੰਡ ਭੇਦ ਸਾਰਾ ਕੁਝ ਲੱਗਦਾ, ਫਿਰ ਗਰੀਬ ਉੱਥੇ ਰਹਿ ਜਾਣਾ। ਬਹੁਤ ਸਾਰੇ ਮੈਂ ਵੇਖਿਆ ਇਹਨਾਂ ਪਾਰਟੀਆਂ, ਰਵਾਇਤੀ ਪਾਰਟੀਆਂ ਪੁਰਾਣੀਆਂ ਦੀ ਜੇ ਗੱਲ ਨਾ ਕਰਾਂ, ਇਸ ਵੇਲੇ ਰੂਲਿੰਗ ਪਾਰਟੀ ਦੀ ਗੱਲ ਕਰਾਂ, ਮੈਂ 36 ਕਿਤੇ ਇਹਨਾਂ ਦੇ ਫਾਊਂਡਰ ਮੈਂਬਰ ਤੁਰੇ ਵੇਖੇ ਆ ਕਿ ਜਿਨ੍ਹਾਂ ਨੂੰ ਪੁੱਛਦਾ ਹੀ ਕੋਈ ਨਹੀਂ, ਜਿਹੜੇ ਆਪ ਜਾ ਕੇ ਦੱਸਦੇ ਮੈਂ ਇਸ ਪਾਰਟੀ ਦਾ ਫਾਊਂਡਰ ਮੈਂਬਰ ਆ, ਤੇ ਉਹਨੂੰ ਕੋਈ ਕਹਿੰਦੇ ਅੱਛਾ ਤੁਸੀਂ ਵੀ ਉਹ ਕਿੰਨੇ ਕੁ ਨੇ। ਸੋ ਇਸ ਕਰਕੇ ਇੱਥੋਂ ਸਮਝ ਆਉਂਦਾ ਕਿ ਇਹਨਾਂ ਨੇ ਟਕੇ ਟੋਕਰੀ ਆਪਣੇ ਲੀਡਰ ਕਰ ਦਿੱਤੇ ਆ। ਜਿਹੜਾ ਪੰਜਾਬ ਸਰਕਾਰ ਵੱਲੋਂ ਗਰੰਟੀਆਂ ਦੇਣ ਦੀ ਗੱਲ ਕੀਤੀ ਜਾਂਦੀ ਸੀ, ਪੂਰੀਆਂ ਕਰਨ ਦੀ ਗੱਲ ਕੀਤੀ ਜਾਂਦੀ ਸੀ, ਜ਼ੀਰੋ ਕਰਪਸ਼ਨ ਤੇ VIP ਕਲਚਰ ਖਤਮ ਕਰਨ ਦੀ, ਕੀ ਇਹੋ ਜਿਹੇ ਹਾਲਾਤ ਪੰਜਾਬ 'ਚ ਦਿਖਾਈ ਦਿੰਦੇ ਨੇ? ਦੇਖੋ ਔਨ ਗਰਾਊਂਡ ਸਥਿਤੀ ਹੋਰ ਹੈ। ਜਿੱਥੇ ਬਹੁਤ ਸਾਰੇ ਐਡਵਰਟੀਜ਼ਮੈਂਟ ਦਿੱਤੇ ਗਏ, ਬੋਰਡ ਲਾਏ ਗਏ ਜੀ ਅਸੀਂ ਕਰਪਸ਼ਨ ਖਤਮ ਕਰ ਦਿੱਤੀ, ਅਸੀਂ ਫਲਾਣੇ ਅਫਸਰ ਨੂੰ ਫੜ ਲਿਆ, ਫਲਾਣੇ ਗੱਲਾਂ ਦੇ ਵਿੱਚ ਫੜ ਲਿਆ। ਕਈ ਬੰਦੇ ਤੇ ਅੱਜ ਬਹਾਲੀ ਦੇ ਟਨਿਓਰ ਦੇ ਉੱਤੇ ਆ ਗਏ, ਕਈ ਬੰਦੇ ਜਿਹੜੇ ਫੜੇ ਗਏ ਸੀ ਉਹ ਬਹਾਲ ਹੋ ਰਹੇ ਆ। ਔਰ ਇਸ ਤੋਂ ਵੀ ਅੱਗੇ ਮੈਂ ਜੇ ਗੱਲ ਕਰਾਂ ਕਿ ਪੰਜਾਬ ਦੇ ਵਿੱਚ ਲੋਕਪਾਲ ਦੀ ਗੱਲ ਹੁੰਦੀ ਸੀ, ਦਿੱਲੀ ਵਿੱਚ ਆਮ ਆਦਮੀ ਪਾਰਟੀ ਜਿਸ ਅੰਦੋਲਨ ਦੇ ਰਾਹੀਂ ਨਿਕਲੀ ਆ, ਲੋਕਪਾਲ ਦੀ ਗੱਲ ਹੁੰਦੀ ਸੀ। ਪੰਜਾਬ ਦੇ ਵਿੱਚ ਲੋਕਪਾਲ ਨੂੰ ਉਹਨਾਂ ਮਜ਼ਬੂਤ ਕਿਉਂ ਨਹੀਂ ਕੀਤਾ ਗਿਆ? ਜੇ ਮੰਨ ਲਓ ਕਿ ਥੱਲੇ ਲੈਵਲ 'ਤੇ ਕੋਈ ਕਰਪਸ਼ਨ ਕਰਦਾ ਤੇ ਉਹਦੀ ਸ਼ਿਕਾਇਤ ਜਾਂਦੀ ਹੈ, ਜੇ ਚੀਫ ਮਿਨਿਸਟਰ ਖੁਦ ਕਰਪਸ਼ਨ ਕਰ ਲਏ ਉਹਦੀ ਸ਼ਿਕਾਇਤ ਕਿਹਦੇ ਕੋਲ ਜਾਏਗੀ? ਲੋਕਪਾਲ ਨੂੰ ਉਹ ਤਾਕਤਾਂ ਹੀ ਨਹੀਂ ਦਿੱਤੀਆਂ ਗਈਆਂ। ਸੋ ਇਸ ਕਰਕੇ ਇਹਨਾਂ ਦੀ ਕਹਿਣੀ ਕਥਨੀ ਦੇ ਵਿੱਚ ਬਹੁਤ ਫਰਕ ਆ। ਜਿਹੜਾ ਇਹ ਕਹਿ ਦਿੰਦੇ ਆ ਕਿ ਜੀ ਸਾਨੂੰ ਕਾਲ ਕਰੋ, ਅਸੀਂ ਕਰਪਸ਼ਨ ਦੇ ਉੱਤੇ ਸੰਗਿਆਨ ਲਵਾਂਗੇ, ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਰਾਂਗੇ ਜਿਹੜੇ ਕਰਪਟ ਹੈ। ਔਨ ਗਰਾਊਂਡ ਸਥਿਤੀ ਹੋਰ ਹੈ। ਕਿੰਨੇ ਕੁ ਲੋਕਾਂ ਦੇ ਉੱਤੇ ਕਾਰਵਾਈ ਹੋ ਗਈ? ਮੈਨੂੰ ਨਹੀਂ ਲੱਗਦਾ ਕਿ ਉਨੇ ਲੋਕਾਂ ਦੇ ਕਾਰਵਾਈ ਹੋ ਗਈ ਆ ਜਿੰਨੇ ਇਹਨਾਂ ਨੇ ਇਸ਼ਤਿਹਾਰ ਦੇ ਦਿੱਤੇ ਆ। ਸੋ ਇਸ ਕਰਕੇ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ, ਬੁਨਿਆਦੀ ਗੱਲਾਂ ਹੈਗੀਆਂ ਜਿਹਦੇ ਵਿੱਚ ਆਪ ਤੇ ਸਾਰਾ ਕੁਛ ਹੀ ਕਰੀ ਜਾਂਦੇ ਆ। ਹਾਈ ਲੈਵਲ ਦੀਆਂ ਸਿਕਿਉਰਿਟੀਜ਼ ਲਈ ਜਾਂਦੇ ਆ, ਪਰਿਵਾਰਾਂ ਨੂੰ ਸੁਰੱਖਿਆ ਦੇਈ ਜਾਂਦੇ ਆ। ਤਹਿਸੀਲਾਂ ਦੇ ਵਿੱਚ ਜੇ ਇਹਨਾਂ ਦਾ MLA ਇੱਕ ਗੱਲ ਕਰਦਾ ਤੇ ਹੜਤਾਲ ਕਰਕੇ ਬਹਿ ਜਾਂਦੇ ਆ। ਇੱਕ ਤਹਿਸੀਲਦਾਰ ਦੀ, ਇੱਕ ਡਿਪਟੀ ਕਮਿਸ਼ਨਰ ਦੀ, ਕੀ ਉਹ ਡੈਮੋਕ੍ਰੇਸੀ ਦੇ ਵਿੱਚ ਉਹ ਲੋਕਤੰਤਰ ਤੋਂ ਲੋਕਾਂ ਦੇ ਨਾਲੋਂ ਜ਼ਿਆਦਾ ਤਾਕਤਵਰ ਹੈ? ਇੱਕ ਤਹਿਸੀਲਦਾਰ ਦੀ ਕੀ ਹੈਸੀਅਤ ਹੁੰਦੀ ਆ ਕਿ ਉਹ ਹੜਤਾਲ ਕਰਦੇ, ਕਹਿੰਦੇ ਮੈਂ ਤੁਹਾਡਾ ਕੰਮ ਹੀ ਨਹੀਂ ਕਰਨਾ? ਇੱਕ DC ਦੀ ਲੋਕਤੰਤਰ ਦੇ ਵਿੱਚ ਕੀ ਹੈਸੀਅਤ ਹੈ ਕਿ ਉਹ ਕੁੰਡੀ ਲਾ ਕੇ ਅੰਦਰ ਬੈਠ ਜਾਏ? ਸੋ ਇਹਨਾਂ ਗੱਲਾਂ ਨੂੰ ਇਹ ਰੋਕ ਹੀ ਨਹੀਂ ਪਾ ਰਹੇ।
ਇਹਨਾਂ ਲੋਕਾਂ ਨੂੰ ਸਮਝਾ ਹੀ ਨਹੀਂ ਪਾ ਰਹੇ। ਜੋ ਲੋਕਾਂ ਨੂੰ ਇਹਨਾਂ ਨੇ ਫੀਅਸਲੀ ਦੱਸਿਆ ਸੀ ਕਿ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ, ਔਨ ਗਰਾਊਂਡ ਕੋਈ ਸਥਿਤੀ ਇਹਨਾਂ ਦੀ ਇਹੋ ਜਿਹੀ ਨਹੀਂ ਹੈਗੀ। ਇਹਨਾਂ ਦੀ ਤਾਂ ਐਮਐਲਏ ਦੀ ਗੱਲ ਕੋਈ ਨਹੀਂ ਸੁਣਦਾ। ਇਹਨਾਂ ਦੀ ਤੇ ਰੋਪੜ ਦੇ ਐਮਐਲਏ ਨੇ ਵਿਚਾਰੇ ਨੇ ਗੱਲ ਕੀਤੀ, ਲੋਕਾਂ ਦੀ ਆਵਾਜ਼ ਬੁਲੰਦ ਕੀਤੀ, ਉਹ ਸਟ੍ਰਾਈਕ ਕਰ ਦਿੱਤੀ, ਫਿਰ ਉਹਨੂੰ ਅੰਤ ਮਾਫੀ ਮੰਗਣੀ ਪੈ ਗਈ। ਇਸ ਕਰਕੇ ਵਾਅਦੇ ਪੂਰੇ ਨਹੀਂ ਕਰ ਸਕੇ ਲੋਕਾਂ ਨੂੰ। ਹਾਂ, ਬਿਜਲੀ ਦਿੱਤੀ ਆ, ਪਰ ਦੇਖੋ ਜੇ ਬਿਜਲੀਆਂ ਇੱਦਾਂ ਫ੍ਰੀ ਦੇਣਗੇ, ਇੱਦਾਂ ਦੀ ਚੀਜ਼ਾਂ ਕਰਨਗੇ, ਫਿਰ ਇਹ ਤਾਂ ਦੱਸ ਨਹੀਂ ਰਹੇ ਪੁਰਾਣੇ ਸਾਰੇ ਜੋ ਐਗਰੀਮੈਂਟਸ ਉਹ ਕਿਤੇ ਕੈਂਸਲ ਨਹੀਂ ਹੋਏ। ਇਹ ਸਰਕਾਰ ਦੇ ਉੱਤੇ ਵਿੱਤੀ ਘਾਟਾ ਜਿਹੜਾ ਉਹ ਵੱਧਦਾ ਜਾ ਰਿਹਾ, ਸਬਸਿਡੀਜ਼ ਵੱਧਦੀਆਂ ਜਾ ਰਹੀਆਂ। ਇਨ ਦੀ ਐਂਡ ਫਿਰ ਜੇ ਇੱਦਾਂ ਹੀ ਫ੍ਰੀ ਬਾਈਸ ਦੇਣਗੇ, ਇੱਦਾਂ ਹੀ ਸਿਸਟਮ ਕਰਨਗੇ, ਤੇ ਫਿਰ ਇਹ ਜਿਹੜੇ ਪਬਲਿਕ ਦੇ ਅਦਾਰੇ ਆ, ਸਰਕਾਰੀ ਅਦਾਰੇ ਆ, ਉਹ ਟਾਈਮ ਦੇ ਨਾਲ ਕਲੈਪਸ ਕਰ ਜਾਣਗੇ। ਅੱਜ ਵੀ ਬਹੁਤ ਵੱਡੇ ਲੈਵਲ ਦੇ ਉੱਤੇ ਕਰੋੜਾਂ ਅਰਬਾਂ ਦੇ ਮਾਮਲੇ ਦੇ ਵਿੱਚ ਬਿਜਲੀ ਬੋਰਡ ਘਾਟੇ ਦੇ ਵਿੱਚ ਜਾ ਰਿਹਾ। ਵਰਕਸ਼ਾਪਸ ਬੰਦ ਹੋ ਰਹੀਆਂ, ਇਹਨਾਂ ਕੋਲੋਂ ਸਿਸਟਮ ਸੈਟਅਪ ਨਹੀਂ ਹੈਗਾ। ਨਿਰੰਤਰ ਬਿਜਲੀ ਦੀ ਗੱਲ ਕਰਦੇ ਸੀ, ਪਿਛਲੇ ਸਮੇਂ 'ਚ ਕਿੰਨੇ ਬਿਜਲੀ ਦੇ ਕੱਟ ਲੱਗੇ। ਇਹ ਸਾਰੀਆਂ ਗੱਲਾਂ ਤੋਂ ਸਾਨੂੰ ਸਮਝ ਆ ਰਿਹਾ ਕਿ ਇਹਨਾਂ ਦੀ ਕਹਿਣੀ ਹੋ ਰਿਹਾ, ਕਥਨੀ ਹੋ ਰਿਹਾ। ਇਹਨਾਂ ਨੂੰ ਲੋਕਲ ਬਾਡੀ ਦੇ ਚੁਣਾਵਾਂ ਦੇ ਉੱਤੇ, ਲੋਕਲ ਚੋਣਾਂ ਦੇ ਉੱਤੇ ਬਹੁਤ ਵੱਡੀ ਮਿਹਨਤ ਮਸ਼ੱਕਤ ਕਰਨੀ ਪੈਣੀ ਹੈ। ਇਹਨਾਂ ਦਾ ਰਾਹ ਕਿਤੇ ਹੀ ਆਸਾਨ ਨਹੀਂ ਹੋਣਾ। ਔਰ ਜੇ ਉਹੀ ਕਾਂਗਰਸ ਦੇ ਲੋਕ, ਦੂਜੀ ਪਾਰਟੀਆਂ ਦੇ ਲੋਕ ਸ਼ਾਮਲ ਕਰਾ ਕੇ ਚੋਣਾਂ ਜਿੱਤਣੀਆਂ, ਤੇ ਫਿਰ ਆਮ ਆਦਮੀ ਪਾਰਟੀ ਸਮਝ ਲੇ ਗਾਂ ਪੰਜਾਬ ਦੇ ਵਿੱਚ ਇਹਨਾਂ ਦਾ ਕੋਈ ਆਧਾਰ ਆਉਣ ਵਾਲੇ ਸਮੇਂ 'ਚ ਬਣਨ ਵਾਲਾ ਨਹੀਂ। ਬਹੁਤ ਬਹੁਤ ਧੰਨਵਾਦ। ਸੋ ਗੱਲਬਾਤ ਚੱਲ ਰਹੀ ਸੀ ਪਵਨ ਸ਼ਰਮਾ ਜੋ ਕਿ ਸੋਸ਼ਲ ਐਕਟਿਵਿਸਟ ਨੇ ਤੇ ਉੱਗੇ ਸਮਾਜ ਸੇਵਕ ਨੇ, ਜਿਨ੍ਹਾਂ ਨੇ ਦੱਸਿਆ ਵੀ ਕਿਤੇ ਨਾ ਕਿਤੇ ਬੁਨਿਆਦੀ ਢਾਂਚੇ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਤੇ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਨੇ ਨਗਰ ਨਿਗਮ ਦੀਆਂ, ਕਿਤੇ ਨਾ ਕਿਤੇ ਦੇਰੀ ਜਿਹੜੀ ਇਹਨਾਂ ਵੱਲੋਂ ਕਰਾਈ ਜਾ ਰਹੀ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਵੇਖਣਾ ਹੋਏਗਾ ਵੀ ਕਦੋਂ ਤੱਕ ਜਿਹੜੀ ਪੰਜਾਬ ਸਰਕਾਰ ਹੈ ਨਗਰ ਨਿਗਮ ਦੀਆਂ ਚੋਣਾਂ ਕਰਾਏਗੀ ਤੇ ਅੰਮ੍ਰਿਤਸਰ ਦੇ ਵਿੱਚ ਕਿਹੜੀ ਪਾਰਟੀ ਦਾ ਮੇਅਰ ਬਣੇਗਾ। ਮੈਨੂੰ ਜਾਣਕਾਰੀ ਜੇ ਸੰਧੂ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਨਾਓ ਇੰਡੀਆ ਪੰਜਾਬੀ।